ਹੈਲੋ ਸਟੂਡੈਂਟਸ, ਅੱਜ ਆ ਗਏ ਜੀ ਆਪਾਂ ਇੱਕ ਨਵੇਂ ਵੀਡੀਓ ਦੇ ਉੱਤੇ ਤੁਹਾਡੇ ਕੋਲ। ਠੀਕ ਹੈ ਜੀ, ਨਾਗਰਿਕ ਸ਼ਾਸਤਰ ਦਾ ਜਿਹੜਾ ਦੂਜਾ ਹੈਗਾ ਇਹ ਮੈਮਰੀ ਮੈਪ ਤੁਹਾਡੇ ਕੋਲ। ਠੀਕ ਹੈ ਜੀ, ਤਾਂ ਦੇਖੀਏ ਜੀ ਆਪਾਂ ਤੁਹਾਡੇ ਕੋਲ ਜਿਹੜਾ ਹੈਗਾ ਇਹ ਤੁਹਾਡੇ ਕੋਲ ਪਹਿਲੇ ਦੇ ਮੇਰੇ ਖਿਆਲ ਤੁਸੀਂ ਜਿਹੜਾ ਹੈਗਾ ਵੀਡੀਓ ਦੇਖ ਲਿਆ ਹੋਊਗਾ, ਔਰ ਤੁਹਾਨੂੰ ਮੈਂ ਕਿ ਗਾਰੰਟੀ ਨਾ ਕਿਹਾ ਸੀ ਪਹਿਲੇ ਚੋਂ ਤੁਹਾਨੂੰ 4 ਕੁਐਸਚਨਸ ਆ ਜਾਣੇ ਨੇ। ਸੋ ਜਿਹੜਾ ਇਹ ਵਾਲਾ ਹੈਗਾ ਤੁਹਾਡੇ ਕੋਲ ਵੀਡੀਓ, ਇਸ ਵਿੱਚ ਵੀ 4 ਕੁਐਸਚਨਸ ਤੁਹਾਡੇ ਕਵਰ ਹੋ ਜਾਣਗੇ, ਔਰ ਹਾਰਡਲੀ ਤੁਹਾਡੇ 10-12 ਮਿੰਟ ਦੇ ਵਿੱਚ 4 ਕੁਐਸਚਨਸ ਕਵਰ ਹੋ ਜਾਣੇ ਨੇ ਤੁਹਾਡੇ ਕੋਲ। ਠੀਕ ਹੈ ਜੀ, ਸੋ 4 ਕੁਐਸਚਨਸ ਜਿਹੜੇ ਹੈਗੇ ਨੇ ਤੁਹਾਡੇ ਕੋਲ, ਇਹਦੇ ਵਿੱਚੋਂ ਤੁਹਾਨੂੰ ਸਿਰਫ ਇੰਨੇ ਕੁ ਮੈਮਰੀ ਮੈਪ ਚੋਂ ਆ ਜਾਣਗੇ ਤੁਹਾਡੇ ਕੋਲ। ਬਸ ਤੁਸੀਂ ਦੇਖਣਾ ਹੈਗਾ ਤੁਹਾਡੇ ਕੋਲ ਕੀ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਤੋ ਸੰਵਿਧਾਨ ਜਿਹੜਾ ਸੀਗਾ ਸਾਡਾ ਉਹ 26 ਜਨਵਰੀ 1950 ਨੂੰ ਲਾਗੂ ਹੋਇਆ। ਠੀਕ ਹੈ ਜੀ, ਹਾਲਾਂਕਿ 26 ਜਿਹੜਾ ਹੈਗਾ ਤੁਹਾਡੇ ਪਾਸ ਪਹਿਲਾਂ ਬਣ ਗਿਆ ਸੀਗਾ ਤੁਹਾਡੇ ਕੋਲ 26 ਨਵੰਬਰ ਨੂੰ, ਪਰ ਤੁਹਾਨੂੰ ਦੱਸਿਆ ਸੀਗਾ ਤੁਹਾਡੇ ਪਾਸ ਕਿ ਪੂਰਨ ਸਵਰਾਜ 1930 ਵਿੱਚ ਆ ਪਿਛਲੀ ਵੀਡੀਓ 'ਚ ਆਪਾਂ ਨੇ ਕੀਤਾ ਸੀਗਾ ਤੁਹਾਡੇ ਕੋਲ। ਠੀਕ ਹੈ ਜੀ, ਵੀ ਜਦੋਂ ਆਪਾਂ ਪੂਰਨ ਸਵਰਾਜ ਦੀ ਜਿਹੜੀ ਹੈਗੀ 26 ਜਨਵਰੀ 1930 ਚ ਸੁਤੰਤਰਤਾ ਦਿਵਸ ਆਪਾਂ ਨੇ ਮਨਾ ਲਿਆ ਸੀਗਾ ਤੁਹਾਡੇ ਕੋਲ, ਤੇ ਫਿਰ ਆਪਾਂ ਨੇ ਕਹਿਤਾ ਸੀਗਾ, ਤਾਂ ਉਹਦੇ ਬੇਸ ਤੇ ਆਪਾਂ ਨੇ ਫਿਰ 26 ਜਨਵਰੀ ਡੇਟ ਡਿਸਾਈਡ ਕੀਤੀ। ਸੋ ਪਹਿਲਾ ਕੁਐਸਚਨ ਤਾਂ ਆਹੀ ਹੈ ਵੀ ਕਦੋਂ ਲਾਗੂ ਹੋਇਆ 26 ਜਨਵਰੀ, ਕਿਉਂ ਲਾਗੂ ਹੋਇਆ ਉਹਦਾ ਕਾਰਨ ਵੀ ਦੱਸਤਾ। ਠੀਕ ਹੈ ਜੀ, ਉਸ ਤੋਂ ਸੰਵਿਧਾਨ ਜਦੋਂ ਸ਼ੁਰੂ ਹੁੰਦਾ ਸਾਡਾ, ਜਿਹੜਾ ਸੰਵਿਧਾਨ ਸ਼ੁਰੂ ਹੁੰਦਾ ਹੈਗਾ ਤੁਹਾਡੇ ਕੋਲ, ਉਹਦੇ ਸ਼ੁਰੂ 'ਚ ਪ੍ਰਸਤਾਵਨਾ ਹੈ, ਪ੍ਰੀਐਂਬਲ ਕਹਿੰਦੇ ਇਹਨੂੰ, ਪ੍ਰੀਐਂਬਲ। ਠੀਕ ਹੈ, ਜਿਹੜਾ ਹੈਗਾ ਇੰਗਲਿਸ਼ ਵਾਲੇ ਪ੍ਰੀਐਂਬਲ ਕਹਿੰਦੇ, ਔਰ ਸਟਾਰਟ ਕਿੱਥੋਂ ਹੁੰਦੀ ਹੈ? ਠੀਕ ਹੈ, ਤਾਂ ਅਸੀਂ ਜਿਹੜਾ ਹੈਗਾ ਤਾਂ ਵੀ ਦਾ ਪੀਪਲ ਆਫ ਇੰਡੀਆ, ਇਸ ਤਰ੍ਹਾਂ ਸਟਾਰਟ ਹੁੰਦੀ ਹੈ, ਅਸੀਂ ਭਾਰਤ ਨਿਵਾਸੀ। ਠੀਕ ਹੈ ਜੀ, ਤਾਂ ਜਿਹੜੀ ਮੁੱਢ ਵਿੱਚ ਹੈ ਤੁਹਾਡੇ ਪਾਸ, ਠੀਕ ਹੈ, ਸੰਵਿਧਾਨ ਸ਼ੁਰੂ ਹੋਇਆ ਤੇ ਮੁੱਢ ਵਿੱਚ ਇਹਦੇ ਪ੍ਰਸਤਾਵਨਾ ਹੈ, ਤੇ ਵੈਰੀ ਵੈਰੀ ਇੰਪੋਰਟੈਂਟ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਪ੍ਰਸਤਾਵਨਾ ਨੂੰ ਸੰਵਿਧਾਨ ਦੀ ਆਤਮਾ ਕਿਹਾ ਜਾਂਦਾ ਹੈਗਾ ਤੁਹਾਡੇ ਕੋਲ। ਠੀਕ ਹੈ, ਜਾਂ ਸੰਵਿਧਾਨ ਦੀ ਕੁੰਜੀ ਕਿਹਾ ਜਾਂਦਾ ਹੈਗਾ। ਕੁੰਜੀ ਮੈਨੇ ਕਿ ਇਹ ਛੋਟੀ ਜੀ ਚੀਜ਼ ਸੰਵਿਧਾਨ ਨੂੰ ਬਹੁਤ ਅੱਛੀ ਤਰ੍ਹਾਂ ਐਕਸਪਲੇਨ ਕਰ ਲੂਗੀ। ਸੋ ਪਹਿਲਾ ਕੁਐਸਚਨ ਸੰਵਿਧਾਨ ਕਦੋਂ ਲਾਗੂ ਹੋਇਆ। ਦੂਜਾ ਕੁਐਸਚਨ ਸੰਵਿਧਾਨ ਪ੍ਰਸਤਾਵਨਾ ਸੰਵਿਧਾਨ ਦੇ ਕਿੱਥੇ ਹੈ, ਸੰਵਿਧਾਨ ਦੇ ਸਟਾਰਟ ਵਿੱਚ ਹੈ। ਤੀਜਾ ਕੁਐਸਚਨ ਪ੍ਰਸਤਾਵਨਾ ਨੂੰ ਕੀ ਕਹਿੰਦੇ ਆ, ਸੰਵਿਧਾਨ ਦੀ ਕੁੰਜੀ ਜਾਂ ਆਤਮਾ। ਠੀਕ ਹੈ, ਉਹਦੇ ਵਿੱਚ ਮੌਲਿਕ ਸਿਧਾਂਤ ਤੇ ਜਿਹੜੇ ਆਦਰਸ਼ ਹੈਗੇ ਨੇ, ਮੁੱਖ ਉਦੇਸ਼, ਮੌਲਿਕ ਸਿਧਾਂਤ ਮਤਲਬ ਸਾਡੇ ਜਿਹੜੇ ਸੰਵਿਧਾਨ ਦੇ ਮੁੱਖ ਸਿਧਾਂਤ ਦੇ ਆਦਰਸ਼ ਹੈਗੇ ਨੇ ਤੁਹਾਡੇ ਕੋਲ, ਉਹ ਤੁਹਾਨੂੰ ਪ੍ਰਸਤਾਵਨਾ ਦੇ ਵਿੱਚ ਮਿਲ ਜਾਣੇ ਹੈਗੇ ਨੇ। ਠੀਕ ਹੈ ਜੀ, ਸੋ ਇੰਨੇ ਕੁ ਨਾਲ ਤੁਹਾਡੇ ਕੁਐਸਚਨ ਹੋ ਗਏ। ਉਸ ਤੋਂ ਬਾਅਦ ਜਿਹੜਾ ਹੈਗਾ ਤੁਹਾਡੇ ਪਾਸ, ਠੀਕ ਹੈ, ਦੇਖੋ ਹੁਣ ਅੱਗੇ ਤੁਹਾਡੇ ਪਾਸ ਆਰਟੀਕਲਸ ਕਿਹੜੇ 'ਚ ਕੀ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਤੁਹਾਡੇ ਕੋਲ ਧਰਮ ਨਿਰਪੱਖਤਾ ਦਾ ਸਿਧਾਂਤ। ਧਰਮ ਨਿਰਪੱਖਤਾ, ਨਿਰਪੱਖ, ਕਿਸੇ ਦਾ ਪੱਖ ਨਹੀਂ ਲੈਣਾ। ਠੀਕ ਹੈ, ਨਿਰਪੱਖ ਦਾ ਮਤਲਬ ਹੁੰਦਾ ਤੁਹਾਡੇ ਕੋਲ ਸਾਰੇ ਧਰਮ ਤੁਹਾਡੇ ਜਿਹੜੇ ਹੈਗੇ ਨੇ, ਸਾਰੇ ਧਰਮ ਬਰਾਬਰ ਨੇ। ਦੇਖੋ ਜਿਹੜਾ 1947 ਵਿੱਚ ਪਾੜਾ ਪਿਆ ਸੀ, 1947 ਵਿੱਚ ਭਾਰਤ ਦੇ ਟੁਕੜੇ ਹੋਏ ਆ, ਉਹ ਸਿਰਫ ਧਾਰਮਿਕ ਕੱਟੜਤਾ ਜਾਂ ਧਰਮ ਦੀ ਕੱਟੜਤਾ ਕਰਕੇ ਹੀ ਪਏ ਹੈਗੇ ਆ ਤੁਹਾਡੇ ਕੋਲ। ਵੀ ਤੁਸੀਂ ਮੁਸਲਿਮ ਜਿਹੜੇ ਹੈਗੇ ਉਹ ਅਲੱਗ ਇੱਕ ਨੇਸ਼ਨ 'ਚ ਹੋ ਗਏ, ਤੇ ਹਿੰਦੂ ਸਿੱਖ ਅਲੱਗ ਤੋਂ ਹੋ ਗਏ। ਠੀਕ ਹੈ ਜੀ, ਤਾਂ ਜਿਹੜਾ ਹੈਗਾ ਹੁਣ, ਕਿਉਂਕਿ ਇਹ ਤਾਂ ਧਾਰਮਿਕ ਕੱਟੜਤਾ ਤਾਂ 1947 ਤੋਂ ਪਹਿਲਾਂ ਦੀ ਹੋ ਗਈ ਤੁਹਾਡੇ ਕੋਲ। ਠੀਕ ਹੈ, ਹੁਣ ਸਾਡਾ ਦੇਸ਼ ਆਜ਼ਾਦ ਹੋ ਗਿਆ, ਤਾਂ ਫਿਰ ਸਾਡੇ ਕਨਸਟੀਟਿਊਸ਼ਨ 'ਚ ਧਰਮ ਨਿਰਪੱਖਤਾ ਦਾ ਸਿਧਾਂਤ ਮਤਲਬ ਸੈਕੂਲਰ ਨੇਸ਼ਨ ਆਪਾਂ ਕਹਿੰਦੇ ਆ, ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਇਹ ਲਿਖਣਾ 14 ਤੋਂ 18 ਤੱਕ ਸਮਾਨਤਾ। ਜਿਹੜੇ ਅਨੁਛੇਦ ਮੈਨੇ ਆਰਟੀਕਲ 14 ਤੋਂ 18 ਜਿਹੜੇ ਹੈ ਸਮਾਨਤਾ ਦਾ ਅਧਿਕਾਰ ਹੈ। ਔਰ ਸਮਾਨਤਾ ਦਾ ਮਤਲਬ ਕੀ ਹੈਗਾ ਤੁਹਾਡੇ ਕੋਲ, ਵੀ ਕਿਸੇ ਧਰਮ ਨੂੰ ਪਹਿਲ ਨਹੀਂ, ਕਿਸੇ ਜਾਤੀ ਨੂੰ ਪਹਿਲ ਨਹੀਂ, ਕਿਸੇ ਸ਼੍ਰੇਣੀ ਨੂੰ ਪਹਿਲ ਨਹੀਂ, ਇਹਨਾਂ ਨੂੰ ਕੋਈ ਵਿਸ਼ੇਸ਼ ਅਧਿਕਾਰ ਨਹੀਂ। ਸਾਰੇ ਧਰਮ, ਜਾਤੀ, ਸ਼੍ਰੇਣੀ ਸਾਰਾ ਕੁਝ ਬਰਾਬਰ ਹੈ, ਕੋਈ ਵੀ ਇਸ 'ਚ ਪ੍ਰਿਵਿਲੇਜ ਨਹੀਂ ਹੈਗਾ ਤੁਹਾਡੇ ਕੋਲ। ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ। ਸੋ 14 ਤੋਂ 18 ਵਿੱਚ ਸਮਾਨਤਾ ਦਾ ਅਧਿਕਾਰ ਹੈ। ਸੋ ਵੈਰੀ ਇੰਪੋਰਟੈਂਟ। ਸੋ ਪਹਿਲਾ ਵੈਰੀ ਇੰਪੋਰਟੈਂਟ ਕੁਐਸਚਨ ਕਿੱਥੇ ਆਇਆ ਸੀ, ਸਟਾਰਟਿੰਗ ਵਿੱਚ ਕੀ ਹੈ, ਪ੍ਰਸਤਾਵਨਾ, ਪ੍ਰੀਐਂਬਲ। ਦੂਜਾ ਕੁਐਸਚਨ ਹੋ ਗਿਆ ਤੁਹਾਡੇ ਪਾਸ ਪ੍ਰੀਐਂਬਲ ਨੂੰ ਕੀ ਕਹਿੰਦੇ ਨੇ, ਆਤਮਾ ਜਾਂ ਸੰਵਿਧਾਨ ਦੀ ਕੁੰਜੀ। ਤੀਜਾ ਕੁਐਸਚਨ ਹੋ ਗਿਆ ਧਰਮ ਨਿਰਪੱਖਤਾ ਦਾ ਮਤਲਬ ਧਰਮ ਬਰਾਬਰ ਨੇ। ਠੀਕ ਹੈ, ਸਮਾਨਤਾ ਦੇ ਅਧਿਕਾਰ ਕਿਹੜੇ ਅਨੁਛੇਦ ਵਿੱਚ ਹਨ ਤੁਹਾਡੇ ਕੋਲ, 14 ਤੋਂ 18 ਅਨੁਛੇਦ। ਠੀਕ ਹੈ ਜੀ, ਸੋ ਇਹ ਚੀਜ਼ ਬੜੇ ਆਰਾਮ ਦੇ ਨਾਲ ਜਿਹੜੀ ਹੈਗੀ ਆਪਾਂ ਨੂੰ ਸਮਝ ਆ ਰਹੀ ਹੈ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਜਿਹੜਾ ਹੈਗਾ ਮੌਲਿਕ ਅਧਿਕਾਰ ਸੰਵਿਧਾਨ ਦੇ ਤੀਜੇ ਭਾਗ ਵਿੱਚ ਹਨ। ਜਿਹੜੇ ਸਾਡੇ ਮੌਲਿਕ ਅਧਿਕਾਰ ਹਨ ਸੰਵਿਧਾਨ ਦੇ ਤੀਜੇ ਭਾਗ ਵਿੱਚ ਹਨ। ਠੀਕ ਹੈ ਜੀ, ਸੋ 4 ਕੁਐਸਚਨ ਤੁਹਾਡੇ ਪਾਸ ਇਹ, ਜੇ ਤੁਹਾਨੂੰ ਪੁੱਛਿਆ ਜਾਵੇ 1947 ਦੀ ਵੰਡ ਦਾ ਕਾਰਨ, ਤਾਂ ਤੁਸੀਂ ਧਾਰਮਿਕ ਕੱਟੜਤਾ ਕਹੋਗੇ ਤੁਹਾਡੇ ਕੋਲ, ਧਰਮ ਦੀ ਕੱਟੜਤਾ ਜਾਂ ਧਾਰਮਿਕ ਕੱਟੜਤਾ ਕਹੋਗੇ। ਠੀਕ ਹੈ, ਹੁਣ ਆ ਗਿਆ ਜੀ ਪ੍ਰਸਤਾਵਨਾ, ਜਿਹੜੀ ਤੁਹਾਡੀ ਪ੍ਰੀਐਂਬਲ ਹੈ। ਠੀਕ ਹੈ, ਉਹ ਪ੍ਰੀਐਂਬਲ ਦੇ ਵਿੱਚ ਕੀ ਕੀ ਹੈਗਾ ਹੈ, ਤੇ ਆਪਾਂ ਇਹਨੂੰ ਕਿਸ ਤਰ੍ਹਾਂ ਐਡਜਸਟ ਕਰਨਾ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਸੋ ਹਾਰਡਲੀ 3-4 ਮਿੰਟਸ ਤੁਹਾਡੇ ਹੋਰ ਲੈਣੇ ਨੇ। ਠੀਕ ਹੈ ਜੀ, ਤਾਂ ਜਿਹੜਾ ਹੈਗਾ ਤੁਹਾਡੇ ਪਾਸ, ਠੀਕ ਹੈ, ਤੇ ਜਿਹੜਾ ਇਹ ਚੀਜ਼ ਖਿਆਲ ਰੱਖਣਾ, ਜਿਹੜੀ ਤੁਹਾਡੀ ਪ੍ਰੀਐਂਬਲ ਹੈ
ਉਹਦੇ 42ਵੀਂ ਸ਼ੋਧ ਵਿੱਚ ਉਹਦੇ ਵਿੱਚ ਅਖੰਡਤਾ ਤੇ ਏਕਤਾ ਦੋ ਸ਼ਬਦ ਐਡ ਕੀਤੇ ਨੇ ਔਰ ਇਹ 1976 ਵਿੱਚ ਹੋਈ ਸੀਗੀ। ਠੀਕ ਹੈ ਜੀ। ਸੋ ਮੈਂ ਕਲਰ ਚੇਂਜ ਕਰਦਾ ਕਿਉਂਕਿ ਵੈਰੀ ਇੰਪੋਰਟੈਂਟ ਪਾਰਟ ਹੈਗਾ ਜੀ ਇਹਦਾ, ਇਸ ਪਾਰਟ ਦਾ ਤੁਹਾਡੇ ਕੋਲ। ਠੀਕ ਹੈ। 42ਵੀਂ ਸ਼ੋਧ ਹੋਈ ਸੀਗੀ ਤੁਹਾਡੇ ਕੋਲ। ਠੀਕ ਹੈ। 42nd ਅਮੈਂਡਮੈਂਟ, ਸ਼ੋਧ ਨੂੰ ਕਹਿੰਦੇ ਅਮੈਂਡਮੈਂਟ। ਉਹ 'ਚ ਅਖੰਡਤਾ ਵਰਡ ਆਇਆ ਤੁਹਾਡੇ ਪਾਸ ਤੇ ਇੱਕ ਆਇਆ ਤੁਹਾਡੇ ਪਾਸ ਏਕਤਾ। ਇਹ ਵਰਡ ਆਪਾਂ ਐਡ ਕੀਤੇ ਨੇ। ਕਦੋਂ ਐਡ ਕੀਤੇ ਹੈਗੇ ਆ ਤੁਹਾਡੇ ਕੋਲ? ਇਹ 1976 ਵਿੱਚ ਹੋਈ ਹੈ ਸ਼ੋਧ। ਤਾਂ ਤੁਹਾਨੂੰ ਇਦਾਂ ਦਾ ਕੁਐਸਚਨ ਆਣਾ ਹੀ ਆਣਾ ਹੈ ਵੀ ਅਖੰਡਤਾ ਤੇ ਏਕਤਾ ਸ਼ਬਦ ਹੈ ਜਿਹੜੇ ਤੁਹਾਡੇ ਪਾਸ ਕਦੋਂ ਐਡ ਕੀਤੇ, ਤਾਂ ਤੁਸੀਂ ਕਹਿਣਾ 1976 'ਚ। ਕਿਹੜੀ ਸ਼ੋਧ ਨਾਲ ਐਡ ਕੀਤੇ? 42ਵੀਂ ਸ਼ੋਧ ਨਾਲ ਐਡ ਕੀਤੇ। ਠੀਕ ਹੈ ਜੀ। ਸੋ ਇਹ ਚੀਜ਼ ਹੋ ਗਈ ਜੀ ਤੁਹਾਡੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਧਾਰਾ 19 'ਚ ਸਾਨੂੰ ਦੇਖੋ ਪਹਿਲੇ ਨੰਬਰ ਤੇ ਜਦੋਂ ਆਪਾਂ ਪੜ੍ਹ ਕੇ ਆਏ ਆਪਾਂ ਨੇ ਕਿਹਾ 14 ਤੋਂ 18 ਤੱਕ ਸਾਨੂੰ ਸਮਾਨਤਾ ਦੇ ਅਧਿਕਾਰ ਹੈ। ਸਮਾਨਤਾ ਕਾਹਦੇ ਵਿੱਚ ਹੋਏਗੀ? ਸਮਾਨਤਾ ਸਾਡੇ ਧਰਮ ਦੀ ਸਮਾਨਤਾ ਹੋਗੀ। ਠੀਕ ਹੈ ਜੀ। ਜਾਤੀ ਸ਼੍ਰੇਣੀ ਸਭ ਸਮਾਨਤਾ, ਇਹਦੇ ਵਿੱਚ ਕੋਈ ਪ੍ਰਿਵਿਲੇਜ ਨਹੀਂ ਹੈ ਕਿਸੇ ਨੂੰ ਵੀ, ਕੋਈ ਜਾਤੀ ਉੱਚੀ ਹੈ ਕੋਈ ਨੀਵੀਂ ਹੈ, ਸਾਰਾ ਕੁਝ ਹੈ। ਠੀਕ ਹੈ ਜੀ। ਦੇਖੋ ਇਹ ਤੁਹਾਨੂੰ ਸੰਵਿਧਾਨ ਦਿੰਦਾ ਹੈ। ਠੀਕ ਹੈ ਜੀ। ਸੰਵਿਧਾਨ ਨਾਲ ਤੁਹਾਨੂੰ ਸਾਰਿਆਂ ਨੂੰ ਅਧਿਕਾਰ ਬਰਾਬਰ ਹੈ। ਠੀਕ ਹੈ ਜੀ। ਤੇ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜੀ ਸੰਵਿਧਾਨ ਦੀ ਧਾਰਾ ਹੈਗੀ ਹੈ 19, ਉਹ ਸੁਤੰਤਰਤਾ ਦਾ ਅਧਿਕਾਰ ਦਿੰਦੀ ਹੈ। ਹੁਣ ਸੁਤੰਤਰਤਾ ਦਾ ਅਧਿਕਾਰ ਕੀ ਹੈ? ਠੀਕ ਹੈ। ਤੁਸੀਂ ਕਿਤੇ ਵੀ ਰਹਿਣ ਲਈ ਰਹੋ, ਕੋਈ ਚੱਕਰ ਨਹੀਂ, ਕਿਤੇ ਕਿਸੇ ਵੀ ਤਰ੍ਹਾਂ ਦਾ ਰੋਜ਼ਗਾਰ ਕੋ ਥੋੜਾ ਜਿਹੜਾ ਜੀ ਕਰਦਾ ਜਿਹੋ ਜੀ ਮਰਜ਼ੀ ਦੁਕਾਨ ਖੋਲੋ, ਹਰ ਤਰ੍ਹਾਂ ਦਾ ਕੰਪੀਟੀਸ਼ਨ ਤੁਸੀਂ ਦੇ ਸਕਦੇ ਹੋ ਅਗਰ ਉਹਦੀ ਐਲੀਜੀਬਿਲਟੀ ਪੂਰੀ ਹੋਵੇ। ਠੀਕ ਹੈ ਜੀ। ਕਿਉਂਕਿ ਅਧਿਕਾਰਾਂ ਦੇ ਨਾਲ ਫਰਜ਼ ਵੀ ਆਉਣਗੇ ਨਾ ਤੁਹਾਡੇ ਕੋਲ। ਠੀਕ ਹੈ। ਤੇ ਘੁੰਮਣ ਫਿਰਨ ਦਾ ਅਧਿਕਾਰ, ਮੌਲਿਕ ਅਧਿਕਾਰ, ਸੋ ਇਹ ਸਾਰੇ ਕੁਝ ਜਿਹੜੇ ਹੈ ਜਾਂਦੇ ਆ ਜਾਂਦੇ। ਠੀਕ ਹੈ ਜੀ। ਪ੍ਰਸਤਾਵਨਾ ਨੂੰ ਅਸੀਂ ਜਿਹੜਾ ਹੈਗਾ ਸੰਵਿਧਾਨ ਦੀ ਆਤਮਾ ਕਹਿੰਦੇ, ਇਹ ਕਰ ਲਿਆ। ਕੁੰਜੀ ਵੀ ਕਹਿੰਦੇ ਆਪਾਂ ਤੁਹਾਡੇ ਕੋਲ ਸੰਵਿਧਾਨ ਦੀ ਕੁੰਜੀ ਵੀ ਕਰ ਲਿਆ। ਸ਼ੁਰੂ ਕਿੱਥੋਂ ਹੁੰਦੀ ਹੈ? ਵੀ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਲੋਕ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ। ਸੋ ਇਹ ਵੈਰੀ ਇੰਪੋਰਟੈਂਟ ਹੈ ਜੀ। ਜਿਹੜੀ ਤੁਹਾਡੀ ਪ੍ਰਸਤਾਵਨਾ ਹੈ, ਜਿਹੜੀ ਤੁਹਾਡੀ ਪ੍ਰੀਐਮਬਲ ਹੈ, ਉਹ ਕਿਹੜੇ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ? ਅਸੀਂ ਭਾਰਤ ਦੇ ਲੋਕ। ਠੀਕ ਹੈ ਜੀ। ਅਸੀਂ ਭਾਰਤ ਦੇ ਲੋਕ ਤੋਂ ਸ਼ੁਰੂ ਹੁੰਦੀ ਹੈਗੀ ਹੈ ਤੁਹਾਡੇ ਕੋਲ। ਠੀਕ ਹੈ ਜੀ। ਉਸ ਤੋਂ ਬਾਅਦ ਅਗਰ ਕੋਈ ਵੀ ਤੁਹਾਡੇ ਕੋਲ ਜਿਹੜੀ ਸੰਵਿਧਾਨ ਦੀ ਉਲੰਘਣਾ ਹੁੰਦੀ ਹੈ ਉਹਦੇ ਲਈ ਨਿਆਂਪਾਲਿਕਾ ਹੈ ਔਰ ਤੁਹਾਨੂੰ ਹਰ ਤਰ੍ਹਾਂ ਦਾ ਨਿਆਂ ਮਿਲੂਗਾ। ਠੀਕ ਹੈ ਜੀ। ਸਮਾਜਿਕ ਆਧਾਰ, ਠੀਕ ਹੈ, ਆਰਥਿਕ ਤੇ ਰਾਜਨੀਤਿਕ। ਹੁਣ ਸਮਾਜਿਕ ਦਾ ਮਤਲਬ ਕੀ ਹੈ? ਸਮਾਜਿਕ ਦਾ ਮਤਲਬ ਹੈ ਸਮਾਜ ਨਾਲ ਰਿਲੇਟਡ, ਜਾਤ ਪਾਤ ਰੰਗ ਨਸਲ ਤੇ ਕੋਈ ਵਿਤਕਰਾ ਨਹੀਂ ਹੋ ਸਕਦਾ। ਆਰਥਿਕ ਦਾ ਮਤਲਬ ਹੈ ਤੁਸੀਂ ਕੋਈ ਵੀ ਰੋਜੀ ਰੋਟੀ ਨਾਲ ਰਿਲੇਟਡ ਜਿਹੜਾ ਕੰਮ ਕਰ ਸਕਦੇ ਹੋ। ਠੀਕ ਹੈ। ਮਤਲਬ ਚਾਹੇ ਕੋਈ ਮਜ਼ਦੂਰੀ ਜਾਵੇ, ਚਾਹੇ ਕੋਈ ਖੇਤੀ ਕਰੇ, ਚਾਹੇ ਕੋਈ ਨੌਕਰੀ ਕਰੇ, ਜਿਹੜਾ ਹੈਗਾ ਹਰੇਕ ਦੀ ਆਪਣੀ ਆਪਣੀ ਚੁਆਇਸ ਹੈ। ਹਾਂ, ਤੁਸੀਂ ਨੌਕਰੀ ਕਹਿ ਰਹੇ ਹੋ ਮਿਲਦੀ ਨਹੀਂ ਜਾਂ ਕੁਛ ਹੈ, ਉਹਦੀਆਂ ਇੱਕ ਮਿਨੀਮਮ ਐਲੀਜੀਬਿਲਟੀ ਕੰਡੀਸ਼ਨਸ ਹੁੰਦੀਆਂ ਨੇ। ਠੀਕ ਹੈ। ਜੇ ਤੁਸੀਂ ਉਹ ਪੂਰੀਆਂ ਕਰਦੇ ਹੋ ਤਾਂ ਤੁਸੀਂ ਕੰਪੀਟੀਸ਼ਨ ਲੜ ਸਕਦੇ ਹੋ, ਉਹ 'ਚ ਕੋਈ ਪਾਰਸ਼ੈਲਿਟੀ ਨਹੀਂ। ਜੇ ਤੁਸੀਂ ਨਿਕਲਦੇ ਨਹੀਂ, ਕਲੀਅਰ ਨਹੀਂ ਹੁੰਦਾ, ਉਹ ਇੱਕ ਡਿਫਰੈਂਟ ਇਸ਼ੂ ਹੈ। ਰਾਜਨੀਤਿਕ ਅਧਿਕਾਰ, ਜਿਹਦੀ ਐਲੀਜੀਬਿਲਟੀ ਹੈ 18 ਸਾਲ ਦੀ, ਉਹਨੂੰ ਵੋਟ ਪਾਉਣ ਦਾ ਅਧਿਕਾਰ ਹੈ। ਤੇ ਜੇ ਤੁਹਾਡੀ ਵੋਟਾਂ 'ਚ ਖੜਨ ਦੀ ਐਲੀਜੀਬਿਲਟੀ ਹੈ ਤਾਂ ਖੜਨ ਦਾ। ਇੱਥੇ ਬੰਦਾ ਕੁਐਸਚਨ ਕਰਦਾ ਜੀ ਤੁਹਾਡੇ ਪਾਸ ਜੇ ਕੋਈ ਟਿਕਟ ਹੀ ਨਾ ਦੇਵੇ, ਇੰਡੀਪੈਂਡੈਂਟ ਖੜ ਜਾਓ। ਠੀਕ ਹੈ। ਮਿਨੀਮਮ ਕੰਡੀਸ਼ਨਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਸਰਕਾਰ ਦੀ ਆਲੋਚਨਾ ਕਰਨ ਦਾ ਵੀ ਤੁਹਾਨੂੰ ਅਧਿਕਾਰ ਹੈ। ਹੁਣ ਆਪਣਾ ਕਿਸਾਨ ਮੋਰਚਾ ਲੱਗਿਆ ਹੋਇਆ, ਆਪਾਂ ਸਰਕਾਰ ਦੀ ਆਲੋਚਨਾ ਕਰ ਰਹੇ ਹਾਂ, ਆਪਾਂ ਕਹਿ ਰਹੇ ਹਾਂ ਸਰਕਾਰ ਗਲਤ ਹੈ। ਜੋ ਸਰਕਾਰ ਗਲਤ ਹੈ ਤਾਂ ਅਸੀਂ ਉੱਥੇ ਹੈ, ਇਹ ਸਾਡਾ ਅਧਿਕਾਰ ਹੈ ਤੁਹਾਡੇ ਕੋਲ। ਠੀਕ ਹੈ। ਇਸੇ ਕਰਕੇ ਉਹ ਫੋਰਸ ਨਹੀਂ ਯੂਜ਼ ਕਰ ਸਕਦੇ ਸਾਡੇ ਦੇ ਉੱਤੇ। ਠੀਕ ਹੈ। ਵੀ ਤੁਸੀਂ ਕਹੋ ਜੀ ਤੁਸੀਂ ਉੱਥੇ ਫੋਰਸ ਯੂਜ਼ ਕਰ ਲਓ, ਨਹੀਂ, ਸਾਡਾ ਕੌਨਸਟੀਟਿਊਸ਼ਨਲ ਰਾਈਟ ਹੈ। ਤੋ ਜਿਹੜਾ ਹੈਗਾ ਤੁਹਾਡੇ ਕੋਲ ਸਾਨੂੰ ਜਿਹੜਾ ਨਿਆਂ ਹੈਗਾ ਏ, ਨਿਆਂਪਾਲਿਕਾ ਦਵਾਉਂਦੀ ਹੈ। ਹੁਣ ਮੰਨ ਲਓ ਮੇਰਾ ਜਿਹੜਾ ਹੈਗਾ ਕੋਈ ਤੁਹਾਨੂੰ ਜਾਤ ਪਾਤ ਰੰਗ ਨਸਲ ਤੇ ਵਿਤਕਰਾ ਕਰਦਾ ਹੈਗਾ, ਠੀਕ ਹੈ ਜੀ, ਤੁਹਾਨੂੰ ਜੌਬ ਨਹੀਂ ਮਿਲਦਾ ਹੈਗਾ, ਤਾਂ ਤੁਸੀਂ ਕੋਰਟ 'ਚ ਜਾ ਸਕਦੇ ਹੋ। ਤੁਹਾਡੇ ਪਾਸ ਜੀ ਤੁਹਾਨੂੰ ਮੈਨੂੰ ਇਸ ਬੇਸ ਤੇ ਵਿਤਕਰਾ ਕੀਤਾ, ਤੁਹਾਡਾ ਰੰਗ ਕਾਲਾ, ਇਹਦਾ ਮਤਲਬ ਇਹ ਥੋੜ੍ਹੀ ਤੁਹਾਨੂੰ ਨੌਕਰੀ ਨਹੀਂ ਮਿਲਣੀ। ਠੀਕ ਹੈ ਜੀ। ਸੋ ਕੋਈ ਤੁਹਾਡੇ ਕੋਲ ਇੱਦਾਂ ਦਾ ਕੁਛ ਨਹੀਂ ਗਾ ਤੁਹਾਡੇ ਕੋਲ। ਠੀਕ ਹੈ। ਕੋਈ ਬੰਦਾ ਜਿਆਦੀ ਮਰਜ਼ੀ ਦੁਕਾਨ ਖੋਲੇ, ਤੁਸੀਂ ਉਹਨੂੰ ਰੋਕ ਨਹੀਂ ਸਕਦੇ। ਚਾਹੇ ਅਗਲਾ ਸਬਜ਼ੀ ਵੇਚੇ, ਚਾਹੇ ਅਗਲਾ ਫਰੂਟ ਵੇਚੇ, ਚਾਹੇ ਅਗਲਾ ਤੁਹਾਡੇ ਪਾਸ ਕਰਿਆਨੇ ਦੀ, ਚਾਹੇ ਮਨਿਆਰੀ ਦੀ, ਇਹ ਉਹਦਾ ਹੱਕ ਹੈ। ਠੀਕ ਹੈ। ਸੋ ਇਹ ਚੀਜ਼ਾਂ ਆਪਾਂ ਨੇ ਖਿਆਲ ਰੱਖਣੀਆਂ। ਮੈਕਸਿਮਮ ਤੁਹਾਡੇ 10 ਮਿੰਟ ਲਏ ਨੇ, ਇੱਕ ਵਾਰ ਤੁਹਾਨੂੰ ਦੁਬਾਰਾ ਰਿਵਾਈਜ਼ ਕਰਾ ਦੇਣਾ ਕਿਹੜੇ ਪੱਕੇ ਕੁਐਸਚਨ ਨੇ। ਨੰਬਰ 1 ਸੁਣਿਓ ਧਿਆਨ ਨਾਲ, ਸੰਵਿਧਾਨ ਕਦੋਂ ਲਾਗੂ ਹੋਇਆ। ਨੰਬਰ 2 ਸੰਵਿਧਾਨ ਦੇ ਸਟਾਰਟ ਵਿੱਚ ਕੀ ਹੈ। ਸੰਵਿਧਾਨ ਕਦੋਂ ਲਾਗੂ ਹੋਇਆ ਪਤਾ ਲੱਗ ਗਿਆ। ਸੰਵਿਧਾਨ ਦੇ ਸਟਾਰਟ 'ਚ ਕੀ ਹੈ? ਪ੍ਰਸਤਾਵਨਾ। ਨੰਬਰ 3 ਪ੍ਰਸਤਾਵਨਾ ਕੀ ਕਹਿੰਦੇ? ਸੰਵਿਧਾਨ ਦੀ ਕੁੰਜੀ ਜਾਂ ਸੰਵਿਧਾਨ ਦੀ ਆਤਮਾ। ਠੀਕ ਹੈ। ਨੰਬਰ 4 ਪ੍ਰਸਤਾਵਨਾ ਦੇ ਵਿੱਚ ਕੀ ਹੈਗਾ ਤੁਹਾਡੇ ਪਾਸ? ਮੁੱਖ ਉਦੇਸ਼, ਮੌਲਿਕ ਆਦਰਸ਼। ਨੰਬਰ 5 ਧਰਮ ਨਿਰਪੱਖਤਾ ਦਾ ਸਿਧਾਂਤ ਕਿਹੜੇ ਆਰਟੀਕਲ 'ਚ ਆਉਂਦਾ? 14 ਤੋਂ 18। ਨੰਬਰ 6 ਵੰਡ ਕਿਉਂ ਹੋਈ? ਧਾਰਮਿਕ ਕੱਟੜਤਾ ਕਰਕੇ। ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ ਤੁਹਾਡੇ ਕੋਲ ਮੌਲਿਕ ਅਧਿਕਾਰ, ਸੰਵਿਧਾਨ ਦੇ ਕਿਹੜੇ ਭਾਗ ਵਿੱਚ ਨੇ?
ਤੀਜੇ ਭਾਗ ਵਿੱਚ ਨੇ। 7 ਹੋ ਗਿਆ ਕੁਐਸਚਨ। 8 ਨੰਬਰ ਤੇ ਆ ਗਿਆ ਕਿਹੜੀ ਸੋਧ ਰਾਹੀਂ ਅਖੰਡਤਾ ਤੇ ਏਕਤਾ ਐਡ ਕੀਤੇ। ਠੀਕ ਹੈ ਜੀ, ਤੁਸੀਂ ਕਹਿਣਾ 42ਵੀਂ ਸੋਧ ਕਦੋਂ ਹੋਈ ਜੀ, 1976 ਵਿੱਚ ਹੋਈ। ਠੀਕ ਹੈ ਜੀ, ਉਸ ਤੋਂ ਬਾਅਦ ਸੁਤੰਤਰਤਾ ਦਾ ਅਧਿਕਾਰ ਕਿਹੜੀ ਧਾਰਾ ਨਾਲ ਹੈ, ਧਾਰਾ 19 ਨਾਲ ਹੈਗਾ ਤੁਹਾਡੇ ਕੋਲ। ਠੀਕ ਹੈ ਜੀ, ਉਸ ਤੋਂ ਬਾਅਦ ਤੁਹਾਡੀ ਪ੍ਰੀਐਮਬਲ ਜਿਹੜੀ ਪ੍ਰਸਤਾਵਨਾ ਸ਼ੁਰੂ ਕਿੱਥੋਂ ਹੁੰਦੀ ਹੈ, ਅਸੀਂ ਭਾਰਤ ਦੇ ਲੋਕ। ਨਿਆਂਪਾਲਿਕਾ ਤੋਂ ਕਿਸ ਤਰ੍ਹਾਂ ਦਾ ਨਿਆਂ ਲਿਆ ਜਾ ਸਕਦਾ ਹੈ, ਸਮਾਜਿਕ, ਆਰਥਿਕ, ਰਾਜਨੀਤਿਕ। ਜੇ ਮੈਨੂੰ ਕੋਈ ਜਾਤ ਪਾਤ, ਰੰਗ, ਨਸਲ ਦੇ ਭੇਦਭਾਵ ਕਰਦਾ ਤਾਂ ਸਮਾਜਿਕ ਅਧਿਕਾਰ ਮੇਰਾ ਵਾਇਲੇਟ ਹੋ ਰਿਹਾ। ਜੇ ਮੈਨੂੰ ਕੋਈ ਪਾਰਟੀਕੂਲਰ ਕੰਮ ਨਹੀਂ ਕਰਨ ਦੇ ਰਿਹਾ, ਮੇਰਾ ਆਰਥਿਕ। ਤੇ ਕੋਈ ਵੀ ਜਿਹਦੀ ਐਲੀਜੀਬਿਲਟੀ ਹੈ, ਕੋਈ ਵੀ ਬੰਦਾ ਵੋਟ ਪਾ ਸਕਦਾ, ਵੋਟਾਂ 'ਚ ਖੜ ਸਕਦਾ, ਸਰਕਾਰ ਦੀ ਆਲੋਚਨਾ ਕਰ ਸਕਦਾ। ਇਹ ਸਾਰੀਆਂ ਚੀਜ਼ਾਂ ਹੈਗੀਆਂ ਨੇ ਤੁਹਾਡੇ ਕੋਲ। ਠੀਕ ਹੈ ਜੀ, ਸੋ ਤੁਹਾਡੇ 4 ਕੁਐਸਚਨਸ ਮੈਂ ਪ੍ਰਪੇਅਰ ਕਰਾਤੇ। ਠੀਕ ਹੈ, ਔਰ ਤੁਸੀਂ ਪੇਪਰ 'ਚ ਦੇਖਿਓ ਤੁਹਾਡੇ ਕੋਲ। ਠੀਕ ਹੈ, ਜਿੱਦਣ ਪੇਪਰ ਆਊਗਾ ਉਦੋਂ ਮੈਨੂੰ ਕਮੈਂਟ ਕਰਕੇ ਦੱਸਿਓ ਸਰ ਆਇਆ, ਔਰ 100% ਸ਼ਿਓਰ ਹੈਗਾ ਤੁਹਾਡੇ ਕੋਲ। ਠੀਕ ਹੈ, ਤੇ ਇਹ ਚੀਜ਼ਾਂ ਤੁਹਾਨੂੰ ਪੇਪਰ 'ਚ ਆਉਣਗੀਆਂ। ਠੀਕ ਹੈ ਜੀ, ਸੋ ਜੇ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਕਰ ਲਓ, ਜੇ ਆਲਰੇਡੀ ਕੀਤਾ ਹੋਇਆ ਤਾਂ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੀ ਤੁਹਾਡੇ ਕੋਲ। ਠੀਕ ਹੈ, ਫਿਲਹਾਲ ਫੋਕਸ ਸਾਰਾ 8ਵੀਂ ਤੇ ਹੈ, ਫਿਰ 10ਵੀਂ ਤੇ 12ਵੀਂ ਦੇਖਦੇ ਹਾਂ ਤੁਹਾਡੇ ਕੋਲ। ਜਦ ਤੁਸੀਂ ਅਗਲੇ ਸਾਲ 9ਵੀਂ 'ਚ ਪਹੁੰਚੋਗੇ ਤਾਂ ਸਾਰਾ ਕੁਝ ਤੁਹਾਨੂੰ 9ਵੀਂ ਦਾ ਵੀ ਮਿਲ ਜਾਏਗਾ ਤੁਹਾਡੇ ਕੋਲ। ਠੀਕ ਹੈ ਜੀ, ਥੈਂਕ ਯੂ ਜੀ।